ਅੱਜ 22 ਸਤੰਬਰ ਹੈ, ਦਿਨ ਸ਼ੁੱਕਰਵਾਰ ਹੈ। ਪੰਜਾਬ ਦੇ ਵਿੱਚ ਅੱਜ ਮੀਂਹ ਪਿਆ, ਕੱਲ ਨੂੰ ਵੀ ਪੂਰੀ ਸੰਭਾਵਨਾ ਹੈ। ਕੱਲ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਫਰੀਦਕੋਟ ਜ਼ਿਲ੍ਹੇ 'ਚ ਸਰਕਾਰੀ ਛੁੱਟੀ ਹੈ। ਕੈਨੇਡਾ ਆਪਣੇ ਸਟੈਂਡ ਤੇ ਕਾਇਮ ਹੈ। ਭਾਰਤ ਨੂੰ ਫਿਰ ਜਾਂਚ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ। ਹਿੰਦੂਆਂ ਨੂੰ ਧਮਕੀ ਮਾਮਲੇ ਤੇ ਕੈਨੇਡਾ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਨਫ਼ਰਤ ਤੇ ਡਰਾਉਣ ਵਾਲੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਸ਼ੁਭ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਕਹਿੰਦੇ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਪੰਜਾਬ ਮੇਰੀ ਰੂਹ ਹੈ, ਮੇਰੇ ਖੂਨ 'ਚ ਹੈ। ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੁਰਖਿਆਂ ਨੇ ਦਿੱਤੀਆਂ। ਕੈਨੇਡਾ ਤੋਂ ਬਾਅਦ ਭਾਰਤ ਦੀ ਚੀਨ ਨਾਲ ਖੜਕ ਗਈ ਹੈ। ਭਾਰਤੀ ਖਿਡਾਰੀਆਂ ਨੂੰ ਵੀਜ਼ਾ ਨਾ ਦੇਣ ਦਾ ਮਸਲਾ ਭਖ ਗਿਆ ਹੈ। ਸੀਐਮ ਭਗਵੰਤ ਮਾਨ ਦੀ ਚਿੱਠੀ ਦਾ ਗਵਰਨਰ ਨੇ 24 ਘੰਟਿਆਂ 'ਚ ਜਵਾਬ ਦਿੱਤਾ। ਕਹਿੰਦੇ ਸੁਪਰੀਮ ਕੋਰਟ 'ਚ ਗਏ ਤਾਂ ਹੋਇਓ, ਆਰਡੀਐਫ ਮਸਲੇ ਨੂੰ ਲੈ ਕੇ ਹੁਣ ਇੰਤਜ਼ਾਰ ਕਰੋ। ਬੰਦੀ ਸਿੰਘ ਸ਼ਮਸ਼ੇਰ ਸਿੰਘ ਨੂੰ ਚੰਡੀਗੜ੍ਹ ਦੀ ਬੁੜਿਆਲ ਜੇਲ੍ਹ 'ਚੋਂ ਰਿਹਾ ਕਰ ਦਿੱਤਾ ਗਿਆ। ਮੋਰਚੇ ਨੇ ਜਿਤਾਈ ਖੁਸ਼ੀ। 27 ਸਤੰਬਰ ਨੂੰ ਖਾਲਸਾਈ ਚੇਤਨਾ ਮਾਰਚ ਕੱਢਣ ਦਾ ਕੀਤਾ ਐਲਾਨ। ਨਵੀਂ ਸੰਸਦ ਦੇ ਵਿੱਚ ਮੁਸਲਿਮ ਐਮਪੀ ਨੂੰ ਬਹੁਤ ਹੀ ਗਲਤ ਸ਼ਬਦਾਵਲੀ ਵਰਤਣ ਵਾਲੇ ਬੀਜੇਪੀ ਐਮਪੀ ਰਮੇਸ਼ ਬਿਧੂੜੀ ਨੂੰ ਪਾਰਟੀ ਨੇ ਜਾਰੀ ਕੀਤਾ ਨੋਟਿਸ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ। ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਅੱਜ ਅਤੇ ਕੱਲ ਨੂੰ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ। ਪਰਸੋਂ ਨੂੰ ਵੀ ਮੀਂਹ ਪੈ ਸਕਦਾ ਹੈ ਤੇ ਸੰਭਾਵਨਾ ਦੇ ਮੁਤਾਬਿਕ ਭਵਿੱਖਬਾਣੀ ਦੇ ਮੁਤਾਬਿਕ ਅੱਜ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਤੋਂ ਮੀਂਹ ਪੈਣ ਦੀ ਖਬਰ ਮਿਲੀ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੇ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ ਨੇ। ਦੁਆਬਾ ਦੇ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਦੇ ਵਿੱਚ ਵੀ ਅੱਜ ਮੀਂਹ ਪੈਣ ਦੀ ਜਾਣਕਾਰੀ ਦਿੱਤੀ ਗਈ। 24 ਸਤੰਬਰ ਤੱਕ ਪੂਰੇ ਪੰਜਾਬ 'ਚ ਕਿਤੇ-ਕਿਤੇ ਹਲਕਾ ਮੀਂਹ ਪੈ ਸਕਦਾ ਹੈ। ਕੱਲ ਨੂੰ ਕਿਤੇ-ਕਿਤੇ ਭਾਰੀ ਮੀਂਹ ਪੈ ਸਕਦਾ ਹੈ। 25 ਤੋਂ 28 ਸਤੰਬਰ ਤੱਕ ਪੂਰੇ ਸੂਬੇ ਦੇ ਵਿੱਚ ਮੌਸਮ ਆਮ ਵਾਂਗੂ ਖੁਸ਼ਕ ਹੀ ਰਹੇਗਾ। ਪੰਜਾਬ ਦੇ 2 ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਛੁੱਟੀਆਂ ਕੀਤੀਆਂ ਗਈਆਂ ਨੇ। ਕੱਲ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਛੁੱਟੀ ਰਹੇਗੀ। ਸਾਰੇ ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਫਰੀਦਕੋਟ ਦੇ ਵਿੱਚ ਪਿਛਲੇ 3 ਦਿਨਾਂ ਤੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਜੋੜ ਮੇਲਾ ਚੱਲ ਰਿਹਾ ਹੈ। ਇਸੇ ਤਰ੍ਹਾਂ 28 ਸਤੰਬਰ ਨੂੰ ਜਲੰਧਰ ਦੇ ਵਿੱਚ ਸ਼੍ਰੀ ਸਿੱਧ ਬਾਬਾ ਸੋਡਲ ਜੀ ਦੇ ਸਾਲਾਨਾ ਮੇਲੇ ਕਰਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀਸੀ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ ਨੇ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਦਫ਼ਤਰ, ਵਿਦਿਅਕ ਅਦਾਰੇ ਇਹ ਬੰਦ ਰਹਿਣਗੇ। ਹੁਣ ਉਹ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਜਿਸ ਦੀ ਭਾਰਤ ਅਤੇ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ। ਸਿਰਫ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਪੱਧਰ ਤੇ ਇੱਕ ਖਬਰ ਹੈ ਜਿਹੜੀ ਉਹ ਚਰਚਾ ਬਟੋਰ ਰਹੀ ਹੈ। ਕੈਨੇਡਾ ਆਪਣੇ ਸਟੈਂਡ ਤੇ ਕਾਇਮ ਹੈ। ਅਮਰੀਕਾ ਨੇ ਵੀ ਕੈਨੇਡਾ ਦਾ ਸਾਥ ਦਿੱਤਾ ਹੈ। ਕੈਨੇਡਾ ਆਪਣੇ ਬਿਆਨ ਤੋਂ ਪਿੱਛੇ ਹਟਣ ਤੋਂ ਇਨਕਾਰੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਪ੍ਰਮਾਣਿਕ ਦੋਸ਼ ਲਾਏ ਨੇ ਤੇ ਇਸ ਨੂੰ ਬੇहद ਸੰਜੀਦਗੀ ਦੇ ਨਾਲ ਲਿਆ ਜਾਣਾ ਚਾਹੀਦਾ ਹੈ। ਟਰੂਡੋ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਨਿਆਂ ਯਕੀਨੀ ਬਣਾਉਣ, ਸੱਚਾਈ ਸਾਹਮਣੇ ਲਿਆਉਣ ਦੇ ਲਈ ਕੈਨੇਡਾ ਦੇ ਨਾਲ ਮਿਲ ਕੇ ਕੰਮ ਕਰਨ। Call upon the government of India to take seriously this matter and to work with us to shed full transparency and ensure accountability and justice in this matter. We are a country of the rule of law. We are going to continue to do the work necessary to keep Canadians safe and to uphold our values and the international rules-based order. That's our focus right now. ਪ੍ਰਧਾਨ ਮੰਤਰੀ ਟਰੂਡੋ ਨੇ ਹਾਲਾਂਕਿ ਇਹ ਵੀ ਕਿਹਾ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਭਾਰਤ ਦੀ ਮਹੱਤਤਾ ਵਧਦੀ ਜਾ ਰਹੀ ਹੈ ਤੇ ਉਹ ਅਜਿਹਾ ਮੁਲਕ ਹੈ ਜਿਸ ਦੇ ਨਾਲ ਸਾਨੂੰ ਕੰਮ ਕਰਦੇ ਰਹਿਣ ਦੀ ਲੋੜ ਹੈ, ਨਾ ਸਿਰਫ ਖਿੱਤੇ ਦੇ ਵਿੱਚ ਬਲਕਿ ਕੁੱਲ ਆਲਮ ਦੇ ਵਿੱਚ। ਅਸੀਂ ਕਹਿੰਦੇ ਕਿਸੇ ਨੂੰ ਉਕਸਾ ਨਹੀਂ ਰਹੇ, ਨਾ ਕੋਈ ਸਮੱਸਿਆ ਖੜੀ ਕਰਨਾ ਚਾਹੁੰਦੇ ਹਾਂ, ਪਰ ਅਸੀਂ ਕਾਨੂੰਨ ਦੇ ਰਾਜ ਤੇ ਕੈਨੇਡੀਅਨਾਂ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਵੀ ਸਪਸ਼ਟ ਹਾਂ। ਯਾਨੀ ਕਿ ਉਹ ਕਹਿੰਦੇ ਨੇ ਕਿ ਸਾਡੇ ਮੁਲਕ ਦੇ ਵਿੱਚ ਕਾਨੂੰਨ ਦਾ ਰਾਜ ਹੈ। ਹਰ ਕਿਸੇ ਨੂੰ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਰੱਖਣ ਦਾ ਪੂਰਾ ਹੱਕ ਹੈ, ਆਜ਼ਾਦੀ ਹੈ। Is a country of growing importance and a country that we need to continue to work with, not just in the region but around the world. And we're not looking to provoke or cause problems, but we are unequivocal around the importance of the rule of law and unequivocal about the importance of protecting Canadians and standing up for our values. That's why we call upon the government of India to work with us to establish
processes to discover and to uncover the truth of the matter and to allow justice and accountability to be served. ਕੈਨੇਡਾ ਦਾ ਇੱਕ ਹੋਰ ਅਹਿਮ ਬਿਆਨ ਸਾਹਮਣੇ ਆਇਆ ਹੈ ਕਿ ਦੇਸ਼ ਵਿੱਚ ਨਫ਼ਰਤ ਤੇ ਡਰਾਉਣ ਵਾਲੀਆਂ ਕਾਰਵਾਈਆਂ ਦੇ ਲਈ ਕੋਈ ਥਾਂ ਨਹੀਂ ਹੈ। ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦੇਣ ਵਾਲੀ ਆਨਲਾਈਨ ਵੀਡੀਓ ਸਾਹਮਣੇ ਆਉਣ ਤੇ ਕੈਨੇਡਾ ਨੇ ਕਿਹਾ ਕਿ ਦੇਸ਼ ਦੇ ਵਿੱਚ ਹਮਲਾਵਰ ਰੁਖ, ਨਫ਼ਰਤ, ਧਮਕੀ ਜਾਂ ਡਰਾਉਣ ਵਾਲੀਆਂ ਕਾਰਵਾਈਆਂ ਦੀ ਕੋਈ ਥਾਂ ਨਹੀਂ ਹੈ। ਜਨਤਕ ਸੁਰੱਖਿਆ ਵਿਭਾਗ ਕੈਨੇਡਾ ਨੇ ਕਿਹਾ ਕਿ ਵੀਡੀਓ ਦਾ ਪ੍ਰਸਾਰਣ ਬਹੁਤ ਹੀ ਨਫ਼ਰਤ ਭਰਿਆ ਹੈ, ਸਾਰੇ ਕੈਨੇਡੀਅਨਾਂ ਅਤੇ ਦੇਸ਼ ਦੀਆਂ ਕਦਰਾਂ ਕੀਮਤਾਂ ਦੇ ਲਈ ਸ਼ਰਮਨਾਕ ਹੈ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਦਰਅਸਲ ਭਾਰਤ ਦੇ ਵਿੱਚ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ 2 ਦਿਨ ਪਹਿਲਾਂ ਇਹ ਬਿਆਨ ਜਾਰੀ ਕਰਕੇ ਕੈਨੇਡਾ ਦੇ ਵਿੱਚ ਰਹਿੰਦੇ ਹਿੰਦੂ ਨਾਗਰਿਕਾਂ ਨੂੰ ਮੁਲਕ ਛੱਡਣ ਦੇ ਲਈ ਕਹਿ ਦਿੱਤਾ ਸੀ। ਉਸ ਤੋਂ ਬਾਅਦ ਹਿੰਦੂ ਭਾਈਚਾਰੇ ਨੇ ਕੈਨੇਡਾ ਦੀ ਸਰਕਾਰ ਨੂੰ ਚਿੱਠੀ ਲਿਖ ਕੇ ਉਕਤ ਬੰਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਕੈਨੇਡਾ ਸਰਕਾਰ ਦਾ ਇਹ ਤਿੱਖਾ ਬਿਆਨ ਆਇਆ ਹੈ। ਹਾਲਾਂਕਿ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਕਾਰਵਾਈ ਦੀ ਕੋਈ ਜਾਣਕਾਰੀ ਹੈ ਜਿਹੜੀ ਉਹ ਨਹੀਂ ਮਿਲੀ ਹੈ। ਇਸ ਦਰਮਿਆਨ ਪ੍ਰਤੀਕਰਮ ਵੀ ਲਗਾਤਾਰ ਸਾਹਮਣੇ ਆ ਰਹੇ ਨੇ, ਖਾਸ ਕਰਕੇ ਪੰਜਾਬ ਦੇ ਲੀਡਰਾਂ ਦੇ ਪ੍ਰਤੀਕਰਮ ਮਿਲ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਜਿੱਥੇ ਪਹਿਲੇ ਦਿਨ ਤੋਂ ਇਸ ਮਸਲੇ ਨੂੰ ਲੈ ਕੇ ਕੰਸਰਨ ਦਿਖਾਉਂਦਾ ਆ ਰਿਹਾ ਹੈ, ਉੱਥੇ ਹੀ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਵੀ ਕਿਹਾ ਕਿ ਪੰਜਾਬੀਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੀਆਂ ਵੱਧ ਰਹੀਆਂ ਘਟਨਾਵਾਂ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਸਨ ਤੇ ਹੁਣ ਭਾਰਤ ਕੈਨੇਡਾ ਦੇ ਕੂਟਨੀਤਿਕ ਵਿਵਾਦ ਨੇ ਉਹਨਾਂ ਮਾਪਿਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਵਿੱਚ ਭੇਜਿਆ। ਕਹਿੰਦੇ ਮੈਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਨੂੰ ਕੈਨੇਡਾ ਵਿੱਚ ਆਪਣੇ ਹਮਰੁਤਬਾ ਦੇ ਨਾਲ ਮਿਲ ਕੇ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਅਤੇ ਉੱਥੇ ਪੜ੍ਹਦੇ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਕਿਸਾਨੀ ਅੰਦੋਲਨ ਦੌਰਾਨ ਹੋਂਦ ਦੇ ਵਿੱਚ ਆਏ ਟਰੈਕਟਰ ਟੂ ਟਵਿੱਟਰ ਦੇ ਨੌਜਵਾਨਾਂ ਨੇ ਵੀ ਕਿਹਾ ਹੈ ਕਿ ਭਾਰਤ ਕੈਨੇਡਾ ਵਿਚਾਲੇ ਬਣ ਰਹੇ ਤਣਾਅ ਕਾਰਨ ਸਭ ਤੋਂ ਵੱਧ ਫਿਕਰਮੰਦ ਪੰਜਾਬ ਦੇ ਲੋਕ ਨੇ। ਇਸ ਮੁਸ਼ਕਿਲ ਹਾਲਾਤ ਦੇ ਵਿੱਚ ਕਹਿੰਦੇ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਪੰਜਾਬ ਦੇ ਲੋਕਾਂ ਤੇ ਕੈਨੇਡਾ ਵਾਸਤੇ ਪੰਜਾਬੀਆਂ ਨੂੰ ਨਿਰਾਸ਼ ਕਰ ਰਹੀ ਹੈ। ਕਹਿੰਦੇ ਮੁੱਖ ਮੰਤਰੀ ਜੀ ਕੋਲ ਚੋਣ ਪ੍ਰਚਾਰ ਲਈ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਜਾਣ ਦਾ ਸਮਾਂ ਤਾਂ ਹੈ, ਪਰ ਪ੍ਰਧਾਨ ਮੰਤਰੀ ਕੋਲ ਜਾ ਕੇ ਪੰਜਾਬ ਤੇ ਕੈਨੇਡਾ 'ਚ ਵਸਦੇ ਪੰਜਾਬੀਆਂ ਦੇ ਲਈ ਫਿਕਰ ਜ਼ਾਹਿਰ ਕਰਨ ਦਾ ਸਮਾਂ ਨਹੀਂ ਹੈ। ਦਰਅਸਲ ਕਈ ਦਿਨ ਹੋ ਗਏ ਇਸ ਮੁੱਦੇ ਨੂੰ ਭਖੇ ਹੋਏ। ਸੋਮਵਾਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਸੀ ਹਰਦੀਪ ਸਿੰਘ ਨਿੱਜਰ ਮਾਮਲੇ ਬਾਰੇ। ਉਸ ਤੋਂ ਬਾਅਦ ਲਗਾਤਾਰ ਦੋਵੇਂ ਮੁਲਕਾਂ ਦੇ ਵੱਲੋਂ ਇੱਕ ਦੂਸਰੇ ਦੇ ਖਿਲਾਫ ਰੋਜ਼ਾਨਾ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਜਿਹੜੀ ਕੈਨੇਡਾ ਦੇ ਸਿਟੀਜ਼ਨ ਜਿਹੜੇ ਹੈਗੇ ਨੇ, ਕੈਨੇਡੀਅਨ ਨਾਗਰਿਕ ਨੇ, ਉਹਨਾਂ ਤੇ ਭਾਰਤ ਨੇ ਵੀਜ਼ੇ ਜਾਰੀ ਕਰਨ ਦੀ ਜਿਹੜੀ ਰੋਕ ਲਾਈ ਹੈ ਉਸ ਦਾ ਵੀ ਸਭ ਤੋਂ ਵੱਧ ਅਸਰ ਪੰਜਾਬੀਆਂ ਤੇ ਹੀ ਪਿਆ, ਕਿਉਂਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੇ ਵਿੱਚ ਪੰਜਾਬੀ ਨੇ। ਜੇ ਵਿਦੇਸ਼ੀ ਵਿਦਿਆਰਥੀਆਂ ਦੀ ਗੱਲ ਕਰ ਲਈਏ ਤਾਂ ਵੀ ਸਭ ਤੋਂ ਵੱਧ ਪੰਜਾਬੀ ਨੇ, ਯਾਨੀ ਕਿ ਭਾਰਤ ਸਰਕਾਰ ਦੇ ਇਸ ਫੈਸਲੇ ਵਿੱਚ ਪੰਜਾਬੀ ਵੱਧ ਪਿਸ ਰਹੇ ਨੇ। ਦੂਸਰੇ ਪਾਸੇ ਕੈਨੇਡਾ ਨੇ ਜਿਹੜੇ ਫੈਸਲੇ ਲਏ ਨੇ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬੀ ਤੇ ਸਿੱਖ ਭਾਈਚਾਰਾ ਨਿਸ਼ਾਨੇ ਤੇ ਆ ਰਹੇ ਨੇ। ਸ਼ੁਭਨੀਤ ਸਿੰਘ ਸ਼ੁਭ ਜਿਹੜਾ ਗਾਇਕ ਹੈ ਉਹ ਇਸ ਦੀ ਇੱਕ ਵੱਡੀ ਉਦਾਹਰਨ ਹੈ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੇ ਤੱਕ ਇੱਕ ਵੀ ਬਿਆਨ ਹੈ ਜਿਹੜਾ ਉਹ ਨਹੀਂ ਦਿੱਤਾ ਤੇ ਕੱਲ ਤੋਂ ਸ਼ੁਭ ਦਾ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਸੰਗੀਤਕ ਟੂਰ ਸਟਿਲ ਰੋਲਨ ਰੱਦ ਹੋਣ ਤੋਂ ਬਾਅਦ ਉਸ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ। ਸ਼ੁਭ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ ਕਿ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ। ਬੜੇ ਹੀ ਸੁਲਝੇ ਅੰਦਾਜ਼ ਦੇ ਵਿੱਚ ਜਵਾਬ ਦਿੰਦਿਆਂ ਜਿੱਥੇ ਸ਼ੁਭਨੀਤ ਸਿੰਘ ਸ਼ੁਭ ਨੇ ਪੰਜਾਬ ਦੀ ਧਰਤੀ ਅਤੇ ਭਾਰਤ ਦੀ ਧਰਤੀ ਦੇ ਨਾਲ ਆਪਣੇ ਮੋਹ ਨੂੰ ਦਰਸਾਇਆ ਹੈ, ਉੱਥੇ ਹੀ ਭਾਰਤੀ ਟੂਰ ਰੱਦ ਹੋਣ ਤੇ ਦੁੱਖ ਤੇ ਹੈਰਾਨੀ ਜਤਾਈ ਹੈ। ਸਪਸ਼ਟ ਕੀਤਾ ਹੈ ਕਿ ਪੰਜਾਬ ਮੇਰੀ ਰੂਹ 'ਚ ਹੈ, ਪੰਜਾਬ ਮੇਰੇ ਖੂਨ ਵਿੱਚ ਹੈ, ਮੈਂ ਜੋ ਵੀ ਹਾਂ ਪੰਜਾਬੀ ਹੋਣ ਕਰਕੇ ਆ। ਮੈਂ ਭਾਰਤ ਦੌਰਾ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਵਿੱਚ ਆਪਣੇ ਲੋਕਾਂ ਦੇ ਸਾਹਮਣੇ ਪਹਿਲੀ ਵਾਰੀ ਇੰਨਾ ਵੱਡਾ ਪ੍ਰਦਰਸ਼ਨ ਕਰਨ ਦੇ ਲਈ ਬਹੁਤ ਉਤਸ਼ਾਹਿਤ ਸੀ। 2 ਮਹੀਨਿਆਂ ਤੋਂ ਮੈਂ ਪੂਰੇ ਦਿਲ ਤੇ ਰੂਹ ਨਾਲ ਪ੍ਰੈਕਟਿਸ ਕਰ ਰਿਹਾ ਸੀ, ਪਰ ਮੈਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਹਿੰਦੇ ਭਾਰਤ ਮੇਰਾ ਵੀ ਦੇਸ਼ ਹੈ, ਕਹਿੰਦੇ ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ। ਉਹਨਾਂ ਨੇ ਇਸ ਮੁਲਕ ਦੀ ਆਜ਼ਾਦੀ ਦੇ ਲਈ, ਇਸ ਮੁਲਕ ਦੀ ਸ਼ਾਨ ਦੇ ਲਈ ਬਿਨਾਂ ਸੋਚੇ ਸਮਝੇ ਕੁਰਬਾਨੀਆਂ ਦਿੱਤੀਆਂ। ਕੁਰਬਾਨੀਆਂ ਕਰਨ ਦੇ ਲਈ ਅੱਖ ਤੱਕ ਨਹੀਂ ਝਪਕਾਈ, ਪਲਕ ਤੱਕ ਨਹੀਂ ਝਪਕਾਈ। ਕਹਿੰਦੇ ਮੇਰੇ ਗੁਰੂਆਂ ਨੇ ਮੈਨੂੰ ਸਿਖਾਇਆ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ। ਨਾ ਕਹਿੰਦੇ ਮੈਂ ਕਿਸ ਤੋਂ ਡਰਨਾ ਹੈ, ਨਾ ਕਿਸੇ ਦੇ ਡਰਾਵੇ 'ਚ ਆਉਣਾ ਹੈ। ਇਹੀ ਮੈਨੂੰ ਪੰਜਾਬੀਅਤ ਸਿਖਾਉਂਦੀ ਹੈ। ਸੋ ਅਖੀਰ ਤੇ ਸ਼ੁਭ ਨੇ ਕਿਹਾ ਕਿ ਸਖਤ ਮਿਹਨਤ ਮੈਂ ਕਰਦਾ ਰਹਾਂਗਾ। ਵਿਰੋਧੀਆਂ ਨੂੰ ਇੱਕ ਕਰਾਰਾ ਜਵਾਬ ਦਿੱਤਾ ਹੈ ਕਿ ਮੈਂ ਤੇ ਮੇਰੀ ਟੀਮ ਛੇਤੀ ਹੀ ਹੋਰ ਤਕੜੇ ਹੋ ਕੇ ਤੇ ਹੋਰ ਮਜ਼ਬੂਤ ਹੋ ਕੇ ਆਵਾਂਗੇ। ਸ਼ੁਭਨੀਤ ਸਿੰਘ ਦੇ ਮਸਲੇ ਤੇ ਪੰਜਾਬੀ ਗਾਇਕਾਂ ਨੇ ਵੀ ਬੋਲਣਾ ਸ਼ੁਰੂ ਕੀਤਾ ਹੈ। ਕਰਨ ਔਜਲਾ ਨੇ ਵੀ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੁਭ ਦੀ ਪੋਸਟ ਨੂੰ ਸਾਂਝਾ ਕੀਤਾ ਹੈ ਤਾਂ ਗੈਰੀ ਸੰਧੂ ਨੇ ਵੀ ਸ਼ੁਭ ਦੇ ਸਮਰਥਨ ਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ।
ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਪੇਜ ਤੇ ਵੀ ਮਾਪਿਆਂ ਨੇ ਇਹਨਾਂ ਹਾਲਾਤਾਂ ਤੇ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਾਨੂੰ ਘੱਟ ਗਿਣਤੀ ਭਾਈਚਾਰਾ ਹੋਣ ਕਰਕੇ ਵਾਰੀ-ਵਾਰੀ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਘੱਟ ਗਿਣਤੀ ਹੋਣਾ ਬਿਨਾਂ ਸ਼ੱਕ ਇੱਕ ਚੁਣੌਤੀ ਭਰਿਆ ਹੈ। ਕਹਿੰਦੇ ਕਿ ਆਪਣੇ ਲੋਕਾਂ ਬਾਰੇ ਗੱਲ ਕਰਨਾ ਗੁਨਾਹ ਹੈ। ਸਿੱਧੂ ਵੀ ਆਪਣੇ ਲੋਕਾਂ ਦੀ, ਆਪਣੇ ਪੰਜਾਬ ਦੀ ਗੱਲ ਕਰਦਾ ਸੀ, ਪਰ ਬਿਨਾਂ ਕਿਸੇ ਠੋਸ ਸਬੂਤ ਦੇ ਉਸ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ। ਅਫਸੋਸ ਦੀ ਗੱਲ ਹੈ ਕਿ ਹੁਣ ਸ਼ੁਭ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਮਾਪਿਆਂ ਨੇ ਮੀਡੀਆ ਨੂੰ ਵੀ ਤਿੱਖੇ ਸਵਾਲ ਕੀਤੇ ਕਿ ਤੁਹਾਡੀ ਨੈਤਿਕਤਾ ਕਿੱਥੇ ਚਲੀ ਜਾਂਦੀ ਹੈ। ਸ਼ੁਭ ਦੇ ਬਿਆਨ ਤੋਂ ਬਾਅਦ ਏਪੀ ਢਿੱਲੋਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਢਿੱਲੋਂ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਤੇ ਡਰਾਮੇ ਤੋਂ ਹਮੇਸ਼ਾ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਕਿਉਂਕਿ ਤੁਹਾਡੇ ਮੂੰਹ ਚੋਂ ਨਿਕਲੀ ਇੱਕ ਵੀ ਗੱਲ ਨੂੰ ਕਿਹੜੇ ਵੇਲੇ ਕਿਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਊਗਾ ਕਿਸੇ ਨੂੰ ਨਹੀਂ ਪਤਾ। ਇੱਥੇ ਹਰ ਕੋਈ ਤੁਹਾਡੇ ਵਿਚਾਰਾਂ ਨੂੰ ਆਪੋ ਆਪਣੇ ਨਜ਼ਰੀਏ ਨਾਲ ਦੇਖਦਾ ਤੇ ਫਿਰ ਤੁਹਾਨੂੰ ਜੱਜ ਕਰਦਾ। ਕਲਾਕਾਰ ਹੋਣ ਦੇ ਨਾਤੇ ਹੁਣ ਆਪਣੇ ਟੀਚੇ ਵੱਲ ਕੇਂਦਰਿਤ ਰਹਿਣਾ ਤੇ ਆਪਣੀ ਮਨਪਸੰਦ ਦੀ ਚੀਜ਼ ਕਰਨਾ ਕਹਿੰਦੇ ਬਹੁਤ ਔਖਾ ਹੋ ਗਿਆ। ਮੈਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦਾ ਕਿ ਮੈਂ ਜੋ ਕਰ ਰਿਹਾ ਜਾਂ ਕਹਿ ਰਿਹਾ ਉਹ ਕਿਤੇ ਕਿਸੇ ਨੂੰ ਸੱਟ ਨਾ ਪਹੁੰਚਾ ਦੇਵੇ, ਪਰ ਬਾਵਜੂਦ ਇਸ ਤੇ ਕਹਿੰਦੇ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਸਾਡੇ ਕਰਕੇ ਵਿਵਾਦ ਨਾ ਭੜਕ ਜਾਵੇ। ਖਾਸ ਕਰਕੇ ਸਿਆਸੀ ਤਾਕਤਾਂ ਪਬਲਿਕ ਦੇ ਵਿੱਚ ਆਪਣੇ ਅਕਸ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਮੋਹਰਾ ਬਣਾ ਕੇ ਵਰਤਦੀਆਂ ਨੇ। ਅਸੀਂ ਕਲਾਕਾਰ ਤਾਂ ਸਿਰਫ ਆਪਣਾ ਕੰਮ ਕਰ ਰਹੇ ਹਾਂ। ਸਾਡੇ ਲਈ ਧਰਮ, ਜਾਤ, ਰੰਗ, ਰੂਪ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ। ਪਿਆਰ ਫੈਲਾਓ, ਨਫ਼ਰਤ ਨਹੀਂ। ਸਿਆਸੀ ਲੀਡਰਾਂ ਨੇ ਵੀ ਪ੍ਰਤੀਕਰਮ ਦਿੱਤੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪੰਜਾਬੀ ਗਾਇਕ ਸ਼ੁਭ ਨੂੰ ਦੇਸ਼ ਵਿਰੋਧੀ ਕਰਾਰ ਦੇਣ ਵਾਲੀ ਗੱਲ ਦਾ ਸਖਤ ਵਿਰੋਧ ਕਰਦੇ ਨੇ। ਕਿਹਾ ਕਿ ਪੰਜਾਬ ਕਾਂਗਰਸ ਹਮੇਸ਼ਾ ਖਾਲਿਸਤਾਨ ਦੇ ਵਿਚਾਰ ਦਾ ਵਿਰੋਧ ਕਰਦੀ ਹੈ ਤੇ ਵੜਿੰਗ ਨੇ ਇਹ ਵੀ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ। ਕੁਝ ਤਾਕਤਾਂ ਸਾਨੂੰ ਕਮਜ਼ੋਰ ਕਰਨ ਦੇ ਲਈ ਸਾਡੇ ਖਿਲਾਫ ਪ੍ਰਚਾਰ ਕਰ ਰਹੀਆਂ ਨੇ ਤੇ ਇਹ ਕਾਫੀ ਨਿੰਦਣਯੋਗ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕੈਨੇਡੀਅਨ ਗਾਇਕ ਸ਼ੁਭ ਦੇ ਹੱਕ ਵਿੱਚ ਟਵੀਟ ਕੀਤਾ ਹੈ। ਉਹਨਾਂ ਨੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸ਼ੁਭ ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਹੈ ਲਿਖਤੀ ਰੂਪ ਦੇ ਵਿੱਚ ਉਸ ਨੂੰ ਸਾਂਝਾ ਕੀਤਾ ਗਿਆ ਹੈ ਤੇ ਉਹਨੂੰ ਸਾਂਝਾ ਕਰਦਿਆਂ ਚੀਮਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਉਹਨੇ ਸਭ ਕੁਝ ਚੰਗੀ ਤਰ੍ਹਾਂ ਸਪਸ਼ਟ ਕਰ ਦਿੱਤਾ ਤੇ ਹੁਣ ਮਾਮਲਾ ਬੰਦ ਹੋ ਜਾਣਾ ਚਾਹੀਦਾ। ਤੇ ਇਸ ਮਸਲੇ ਦਰਮਿਆਨ ਹੁਣ ਉਸ ਇਨਸਾਨ ਦੀ ਵੀ ਗੱਲ ਕਰ ਲੈਂਦੇ ਆ, ਭਾਰਤ ਦੀ ਉਹ ਨਾਗਰਿਕ ਜਿਹੜੀ ਸਿੱਖਾਂ ਦੇ ਮਸਲੇ ਦੇ ਵਿੱਚ ਹਮੇਸ਼ਾ ਬੋਲਦੀ ਹੈ। ਨਾਮ ਹੈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ। ਇਸ ਮਸਲੇ ਤੇ ਵੀ ਬਿਆਨ ਆ ਗਿਆ ਜਿਸ ਤੇ ਅਕਾਲੀ ਦਲ ਨੇ ਕੰਗਨਾ ਨੂੰ ਘੇਰਿਆ ਵੀ ਹੈ। ਕੰਗਨਾ ਰਣੌਤ ਆਪਣੇ ਇਸ ਬਿਆਨ ਦੇ ਵਿੱਚ ਸਿੱਖਾਂ ਨੂੰ ਨਸੀਹਤ ਦਿੰਦੀ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ਤੇ ਲਿਖਦੀ ਹੈ ਕਿ ਸਿੱਖ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਖਾਲਿਸਤਾਨ ਦੇ ਖਿਲਾਫ ਬੋਲਣ ਤੇ ਅਖੰਡ ਭਾਰਤ ਦੀ ਹਮਾਇਤ ਕਰਨ। यानी कि कंगना ने सिखां नूं ते खालिस्तानियां नूं वक्खो वखरा दस्सिया है। कंगना दे इस बयान का जवाब श्रोमणी अकाली दल के सीनियर लीडर विरसा सिंह वलटोहा ने दिंदा कहा कि जिन्हां सिखां ने देश लई सब तो वध कुर्बानियां दित्तियां तुसीं उन्हां ते सवाल चुक रहे हो, यानी तुहाडे मन दे विच किसी ना किसी तरह की गंदगी भरी हुई है। वलटोहा ने कंगना नूं चुनौती दित्ती कि दक्षिणी दिल्ली तो बीजेपी का MP रमेश बधूरी लोक सभा च खड़े होकर BSP दे एक मुस्लिम MP नूं दहशतगर्द मुल्ला ते होर पता नहीं की इतराजयोग शब्द बोल रहा है, उसके खिलाफ तुसीं क्यों नहीं बोलते? कंगना नूं सिर्फ सिख ही क्यों नजर आउंदे ने? जदों भलवान प्रदर्शन ते बैठे सी तां कंगना क्यों नहीं बोली, क्यों नहीं नजर आया कि साडियां भलवान कुड़ियां दे नाल की होया? ਤੇ ਇਸ ਸਾਰੇ ਮਸਲੇ ਦੇ ਦਰਮਿਆਨ ਇਹ ਵੀ ਸੋਸ਼ਲ ਮੀਡੀਆ ਤੇ ਕਿਤੇ-ਕਿਤੇ ਚਰਚਾ ਚੱਲ ਰਹੀ ਹੈ ਕਿ ਜਸਟਿਨ ਟਰੂਡੋ ਨੇ ਜਿਹੜਾ ਇਹ ਬਿਆਨ ਦਿੱਤਾ ਹੈ, ਵੱਡਾ ਇਲਜ਼ਾਮ ਭਾਰਤ ਤੇ ਲਾਇਆ ਹੈ, ਉਹ ਕਿਤੇ ਨਾ ਕਿਤੇ ਉਹਨਾਂ ਨੇ ਸਿੱਖਾਂ ਦੀਆਂ ਵੋਟਾਂ ਲੈਣ ਦੇ ਲਈ ਕੀਤਾ ਹੈ। ਤੇ ਕੋਈ ਇਹ ਵੀ ਚਰਚਾ ਕਰ ਰਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਆਪਸੀ ਸਹਿਮਤੀ ਦੇ ਨਾਲ ਇਸ ਸਾਰੇ ਵਿਵਾਦ ਨੂੰ ਭੜਕਾ ਰਹੀਆਂ ਨੇ। ਇਸ ਤੇ ਵੀ ਅਸੀਂ ਖਾਸ ਰਿਪੋਰਟ ਛੇਤੀ ਕਰਾਂਗੇ। ਭਾਰਤ ਤੇ ਕੈਨੇਡਾ ਦੇ ਵਿਚਾਲੇ ਤਾਂ ਵੱਡਾ ਵਿਵਾਦ ਚੱਲ ਹੀ ਰਿਹਾ ਹੈ। ਹੁਣ ਭਾਰਤ ਅਤੇ ਗੁਆਂਢੀ ਮੁਲਕ ਚੀਨ ਦੀ ਵੀ ਖੜਕ ਗਈ ਹੈ। 23 ਸਤੰਬਰ ਤੋਂ ਚੀਨ ਦੇ ਝਾਂਗਹੂ ਦੇ ਵਿੱਚ ਸ਼ੁਰੂ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ 3 ਭਾਰਤੀ ਖਿਡਾਰੀਆਂ ਨੂੰ ਐਂਟਰੀ ਨਾ ਦੇਣ ਦੇ ਚੀਨ ਦੇ ਕਦਮ ਤੇ ਭਾਰਤ ਨੇ ਸਖਤ ਰੁਖ ਅਪਣਾਇਆ ਹੈ। ਦਿੱਲੀ ਸਥਿਤ ਚੀਨੀ ਦੂਤਘਰ ਤੇ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਰਾਹੀਂ ਤਿੱਖਾ ਰੋਸ ਪ੍ਰਗਟਾਇਆ ਗਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਕੇਂਦਰੀ ਯੁਵਕ ਭਲਾਈ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਹੋਣ ਦੇ ਲਈ ਚੀਨ ਜਾਣ ਦਾ ਦੌਰਾ ਰੱਦ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਨਾਲ ਜਾਤੀ ਜਾਂ ਫਿਰ ਇਲਾਕਾਈ ਆਧਾਰ ਤੇ ਭੇਦਭਾਵ ਵਾਲੇ ਵਰਤਾਅ ਨੂੰ ਭਾਰਤ ਸਖਤੀ ਨਾਲ ਅਸਵੀਕਾਰ ਕਰਦਾ ਹੈ ਅਤੇ ਲੰਬੇ ਸਮੇਂ ਤੋਂ ਸਾਡਾ ਇਹੀ ਸਟੈਂਡ ਰਿਹਾ ਹੈ। ਬਾਗਚੀ ਨੇ ਕਿਹਾ ਕਿ ਸਾਡੇ ਕੁਝ ਖਿਡਾਰੀਆਂ ਨੂੰ ਲੈ ਕੇ ਚੀਨ ਦੇ ਵੱਲੋਂ ਜਾਣਬੁੱਝ ਕੇ ਚੁਣਿੰਦਾ ਤਰੀਕੇ ਦੇ ਨਾਲ ਅੜਿੱਕਾ ਪੈਦਾ ਕਰਨ ਦੇ ਖਿਲਾਫ ਅਸੀਂ ਆਪਣਾ ਸਖਤ ਵਿਰੋਧ ਵੀ ਦਰਜ ਕਰਵਾਇਆ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਟਵੀਟ ਕਰਕੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਤੋਂ ਸਾਡੇ ਵੁਸ਼ੂ ਐਥਲੀਟਸ ਨੂੰ ਚੀਨ ਨੇ ਝਾਂਗਹੂ ਦੇ ਵਿੱਚ ਹੋ ਰਹੇ ਏਸ਼ੀਅਨ ਗੇਮਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵੀਜ਼ਾ ਨਹੀਂ ਦਿੱਤਾ। ਮੈਂ ਇਸ ਦੀ ਸਖਤ ਨਿੰਦਿਆ ਕਰਦਾ ਹਾਂ। चाइना के इस तरह के हरकतों से अरुणाचल का कोई स्टेटस बदलने वाला नहीं है।
अरुणाचल हमेशा से भारत का हिस्सा रहा है और रहने वाले हैं। अरुणाचल का इतिहास और अरुणाचल के लोगों का भावना को बदल नहीं सकते। जहां तक एशियन गेम्स का सवाल है, चाइना ने जो कदम उठाए वो इलीगल है, अनएथिकल है। ओलंपिक चार्टर के अंदर किसी खिलाड़ी को किसी राजनीतिक कारण से आप भेदभाव नहीं कर सकते हैं उसके साथ, और खेलने से मना नहीं कर सकते हैं। अरुणाचल के जितने भी खिलाड़ी थे सब अरुणाचल स्टेट से हैं, मगर इंडिया के लिए, भारत देश के लिए खेलने जाने वाले थे। उनका वीजा रोकना ये बहुत ही नाइंसाफी कदम है, और चाइना का जो कदम है उसको हम तो विरोध करते हैं, ਇੰਟਰਨੈਸ਼ਨਲ 올림픽 ਕਮੇਟੀ को भी ਵਿਰੋਧ ਕਰਨਾ ਚਾਹੀਏ। ਦੂਜੇ ਪਾਸੇ ਚੀਨ ਨੇ ਇਹਨਾਂ ਖਬਰਾਂ ਨੂੰ ਖਾਰਿਜ ਕੀਤਾ ਹੈ। OCA ਦੀ ਨੈਤਿਕਤਾ ਕਮੇਟੀ ਦੇ ਚੇਅਰਮੈਨ ਵੇਈ ਜ਼ਿਜ਼ੋਂਗ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਐਥਲੀਟਾਂ ਨੂੰ ਚੀਨ ਦੇ ਵਿੱਚ ਦਾਖਲ ਹੋਣ ਦੇ ਲਈ ਵੀਜ਼ਾ ਦਿੱਤਾ ਗਿਆ। ਚੀਨ ਨੇ ਵੀਜ਼ਾ ਦੇਣ ਤੋਂ ਇਨਕਾਰ ਹੀ ਨਹੀਂ ਕੀਤਾ। ਬਦਕਿਸਮਤੀ ਦੇ ਨਾਲ ਕਹਿੰਦੇ ਐਥਲੀਟਾਂ ਨੇ ਸਾਡਾ ਵੀਜ਼ਾ ਹੀ ਸਵੀਕਾਰ ਨਹੀਂ ਕੀਤਾ। ਸੋ ਇਹ ਬੜੀ ਹੈਰਾਨੀ ਵਾਲਾ ਬਿਆਨ ਹੈ ਕਿ ਇੱਕ ਮੁਲਕ ਵੀਜ਼ਾ ਦੇ ਰਿਹਾ ਹੈ ਤੇ ਉਸ ਨੂੰ ਦੂਸਰੇ ਮੁਲਕ ਦੇ ਬਸ਼ਿੰਦੇ ਉਸ ਨੂੰ ਕੀ ਕਹਿ ਕੇ ਰੱਦ ਕਰਦੇ ਹੁੰਦੇ ਨੇ, ਕੀ ਕਹਿ ਕੇ ਰੱਦ ਕਰਨਗੇ, ਕਿਉਂ ਸਵੀਕਾਰ ਨਹੀਂ ਕਰਨਗੇ ਭਾਰਤੀ ਖਿਡਾਰੀ, ਜਦਕਿ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਵੀਜ਼ਾ ਨਹੀਂ ਦਿੱਤਾ। I make it very clear, Chinese government, that means the embassy from our embassy from India, they gave them visa. They can enter in China, but unfortunately, these athletes didn't accept this visa. I don't think this is also a problem, because China, for fear, the agreement to let all the athletes who have certified the eligibility to come to compete in China. ਇਸ ਦਰਮਿਆਨ 올림픽 ਕਾਉਂਸਲ ਆਫ ਏਸ਼ੀਆ ਦੇ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਸਾਡੀ ਕੱਲ ਵੀ ਵਰਕਿੰਗ ਗਰੁੱਪ ਦੇ ਨਾਲ ਮੀਟਿੰਗ ਹੋਈ ਸੀ। ਅਸੀਂ ਉਸ ਮੀਟਿੰਗ ਦੇ ਵਿੱਚ ਮੁੱਦਾ ਚੁੱਕਿਆ ਹੈ ਤੇ ਉਹ ਇਸ ਨੂੰ ਸਰਕਾਰ ਕੋਲ ਲਿਜਾ ਰਹੇ ਨੇ। यानी कि जिन्ने भारत दे विच ऑफिशियल ने सरकार है सारे ही कह रहे हैं कि चीन ने 3 खिडारियां नूं वुशू खिडारियां नूं वीज़ा नहीं दिता ते चीन बड़ा हैरानीजनक उत्तर दे रहा है कि वीज़ा दिता सी, इन्हां ने स्वीकार नहीं किया। We had a meeting yesterday with the working group as well, and it's been taken up in the working group meeting, and they're taking it up with the government, and we are also taking it up with the government. It's under discussion with us as well. But this is outside what the government to government is happening. We are from the OCA side of it, we are doing it. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਟ੍ਰੇਨਿੰਗ ਪੂਰੀ ਕਰ ਚੁੱਕੇ ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲੇ 2999 ਪੁਲਿਸ ਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਵੇਂ ਨਿਯੁਕਤ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਸੀਐਮ ਨੇ ਕਿਹਾ ਕਿ ਇਸ ਤੋਂ ਪਹਿਲਾਂ ਫੀਸਾਂ ਭਰਾ ਲਈਆਂ ਜਾਂਦੀਆਂ ਸੀ ਪਰ ਪੇਪਰ ਨਹੀਂ ਸੀ ਹੁੰਦੇ, ਪੇਪਰ ਹੋ ਜਾਂਦੇ ਸੀ ਤਾਂ ਨਤੀਜਾ ਨਹੀਂ ਸੀ ਆਉਂਦਾ, ਪਰ ਹੁਣ ਕਹਿੰਦੇ ਕੋਈ ਅੜਿੱਕਾ ਨਹੀਂ ਹੈ। ਫੀਸਾਂ ਜੇ ਭਰਾਈਆਂ ਜਾਂਦੀਆਂ ਨੇ ਤਾਂ ਪੇਪਰ ਵੀ ਹੁੰਦੇ ਨੇ, ਨਤੀਜੇ ਵੀ ਹੁੰਦੇ ਨੇ ਤੇ ਨਿਯੁਕਤੀਆਂ ਵੀ ਹੁੰਦੀਆਂ ਨੇ। ਮਾਨ ਨੇ ਐਲਾਨ ਕੀਤਾ ਕਿ ਹਰ ਸਾਲ ਨਵੀਆਂ ਭਰਤੀਆਂ ਹੋਣਗੀਆਂ। ਉਹੀ ਐਲਾਨ ਦੁਹਰਾਉਂਦਿਆਂ ਉਹਨਾਂ ਨੇ ਕਿਹਾ ਕਿ 1800 ਸਿਪਾਹੀ ਤੇ 300 ਸਬ ਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। 54 ਸਿਪਾਹੀ ਤੇ 12 ਸਬ ਇੰਸਪੈਕਟਰ ਖੇਡਾਂ ਦੇ ਕੋਟੇ 'ਚ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਪੁਰਾਣਾ ਬਿਆਨ ਵੀ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸ ਬਣਾ ਰਹੀ ਹੈ, ਜਿਹੜੀ ਕਿ ਸੜਕਾਂ ਤੇ ਰਹੇਗੀ ਲੋਕਾਂ ਦੀ ਸੁਰੱਖਿਆ ਦੇ ਲਈ। ਇਸੇ ਬੈਚ ਦੇ ਵਿੱਚੋਂ SSF ਦੇ ਜਵਾਨ ਵੀ ਭਰਤੀ ਕੀਤੇ ਜਾਣ ਦਾ ਸੀਐਮ ਨੇ ਬਿਆਨ ਦਿੱਤਾ। ਹਰ ਸਾਲ ਅਸੀਂ ਪੰਜਾਬ ਪੁਲਿਸ ਨੂੰ ਅਪਡੇਟ ਕਰਨਾ ਹੈ, ਹਰ ਸਾਲ ਭਰਤੀਆਂ ਹੋਣਗੀਆਂ। ਅਸੀਂ ਜਿਹੜੀ ਇਸ ਵਾਰ ਭਰਤੀ ਜਿਹੜੀ, ਕਿਉਂਕਿ ਅਸੀਂ 4 ਸਾਲ ਦਾ ਅੱਗੇ ਨੋਟੀਫਿਕੇਸ਼ਨ ਸਿੱਧਾ ਹੀ ਦਿੱਤਾ कि जनवरी च नोटिफिकेशन, मई जून च पेपर, जुलाई अगस्त च रिजल्ट लिखती पेपर का, अक्तूबर च फिजिकल टेस्ट, नवंबर च नियुक्ति पत्र, दिसंबर च हर दिसंबर, अगले साल भी दिसंबर च, उस तो अगले साल भी दिसंबर च तुहानू जिहड़ा वो नियुक्ति पत्र लैके तुसीं नौकरी ते लग जाओगे, क्योंकि इहदे नाल उम्मीद बनदी है ट्रेनिंग जे एक बारी रह गए तो दूजा मौका मिलूगा, कोई ऐसी गल नहीं।
ਇਸ ਦਰਮਿਆਨ ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਹਦੇ ਵਿੱਚ ਸੀਐਮ ਮਾਨ ਭਰਤੀ ਹੋਣ ਵਾਲੀਆਂ ਨਵ ਨਿਯੁਕਤ ਕੁੜੀਆਂ ਦੇ ਨਾਲ ਨੱਚਦੇ ਦਿਖਾਈ ਦੇ ਰਹੇ ਨੇ। ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਦਿਨ ਪਹਿਲਾਂ ਆਰਡੀਐਫ ਦਾ ਬਕਾਇਆ ਰਾਸ਼ੀ ਜਾਰੀ ਕਰਨ ਦੇ ਮਾਮਲੇ ਤੇ ਜਿਹੜੀ ਚਿੱਠੀ ਲਿਖੀ ਸੀ ਉਸ ਦਾ ਜਵਾਬ ਰਾਜਪਾਲ ਨੇ ਦੇ ਦਿੱਤਾ ਹੈ। ਗਵਰਨਰ ਦੇ ਵੱਲੋਂ 24 ਘੰਟਿਆਂ ਦੇ ਅੰਦਰ ਹੀ ਇਸ ਦਾ ਉੱਤਰ ਆ ਗਿਆ ਹੈ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਨੇ, ਇਸ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਕਹਿੰਦੇ ਮੈਨੂੰ ਪਤਾ ਹੈ ਕਿ ਤੁਹਾਡੇ ਸ਼ਾਸਨ ਦੌਰਾਨ ਪੰਜਾਬ ਤੇ 50,000 ਕਰੋੜ ਦਾ ਕਰਜ਼ਾ ਵਧਿਆ। ਇਸ ਤੇ ਗਵਰਨਰ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਉਲਟਾ ਇਸ ਬਾਰੇ ਜਾਣਕਾਰੀ ਮੰਗ ਲਈ ਤਾਂ ਕਿ ਪ੍ਰਧਾਨ ਮੰਤਰੀ ਨੂੰ ਪੈਸੇ ਦੀ ਸਹੀ ਵਰਤੋਂ ਕਰਨ ਦਾ ਭਰੋਸਾ ਦਿਵਾਇਆ ਜਾ ਸਕੇ। ਯਾਨੀ ਕਿ ਚਿੱਠੀ ਦਾ ਜਵਾਬ ਬਹੁਤ ਛੇਤੀ ਦੇ ਦਿੱਤਾ ਹੈ, ਪਰ ਜਿਹੜਾ ਹੈਗਾ ਬੜੇ ਹੀ ਤਰੀਕੇ ਦੇ ਨਾਲ ਉਹਨਾਂ ਨੇ ਕਰਜ਼ੇ ਦੀ ਗੱਲ ਵੀ ਕਰ ਦਿੱਤੀ ਅਤੇ ਨਾਲ ਹੀ ਉਸ ਕਰਜ਼ੇ ਦੀ ਡਿਟੇਲ ਵੀ ਮੰਗ ਲਈ ਕਿ ਜੇ ਮੈਂ ਕੇਂਦਰ ਸਰਕਾਰ ਦੇ ਕੋਲ ਜਾਣਾ ਹੈ ਤਾਂ ਪਹਿਲਾਂ ਮੈਨੂੰ ਦੱਸਣਾ ਪਊਗਾ ਕਿ ਇੰਨਾ ਕਰਜ਼ਾ ਜਿਹੜਾ ਤੁਹਾਡੇ ਤੇ ਚੜਿਆ ਉਹ ਚੜਿਆ ਕਿਵੇਂ। ਜਦਕਿ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਰਡੀਐਫ ਪਿੰਡੂ ਵਿਕਾਸ ਫੰਡ ਹੈ ਜਿਹੜਾ ਉਸ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਕਰ ਰਹੇ ਨੇ। ਮੁੱਖ ਮੰਤਰੀ ਨੇ 21 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇਸ ਲਈ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਆਰਡੀਐਫ ਦੇ 5,637 ਕਰੋੜ ਦੇ ਫੰਡ ਦਾ ਮੁੱਦਾ ਜਾ ਕੇ ਚੁੱਕਣ ਅਤੇ ਫੰਡ ਜਾਰੀ ਕਰਵਾਉਣ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕੇਸ ਦੇ ਦੋਸ਼ੀ ਸ਼ਮਸ਼ੇਰ ਸਿੰਘ ਨੂੰ ਚੰਡੀਗੜ੍ਹ ਦੀ ਬੁੜੈਲ ਮਾਡਲ ਜੇਲ੍ਹ ਚੋਂ 27 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ। ਸੀਜੀਐਮ ਅਦਾਲਤ ਤੋਂ ਜਾਰੀ ਰਿਹਾਈ ਦੇ ਹੁਕਮ ਮਿਲਣ ਤੇ ਬੁੜੈਲ ਮਾਡਲ ਜੇਲ੍ਹ ਪ੍ਰਸ਼ਾਸਨ ਨੇ ਸ਼ਮਸ਼ੇਰ ਸਿੰਘ ਨੂੰ ਰਿਹਾ ਕਰ ਦਿੱਤਾ, ਜਿਸ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਉਹ ਚਲੇ ਗਏ। ਇਸ ਤੋਂ ਪਹਿਲਾਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਰਿੰਦਰ ਸਿੰਘ ਸੰਧੂ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਸਿਫਾਰਿਸ਼ ਤੇ ਫੈਸਲੇ ਲਈ 2 ਮਹੀਨੇ ਦਾ ਸਮਾਂ ਤੈਅ ਕੀਤਾ ਸੀ। ਸ਼ਮਸ਼ੇਰ ਸਿੰਘ ਨੇ ਜਨਵਰੀ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਸਾਰੇ ਦੋਸ਼ੀਆਂ ਨੂੰ ਰੈਗੂਲਰ ਜ਼ਮਾਨਤ ਤੇ ਰਿਹਾ ਕਰਨ ਦੇ ਹੁਕਮ ਦਿੱਤੇ ਗਏ ਸਨ, ਪਰ ਉਹਨਾਂ ਨਾਲ ਸੰਬੰਧਿਤ ਕੇਸ ਦੇ ਵਿੱਚ ਪੱਕੀ ਰਿਹਾਈ ਦਾ ਫੈਸਲਾ ਹਾਲੇ ਬਾਕੀ ਹੈ। ਹਾਲ ਦੀ ਘੜੀ ਉਹ ਜ਼ਮਾਨਤ ਤੇ ਰਿਹਾ ਕਰ ਦਿੱਤੇ ਗਏ ਨੇ। ਸ਼ਮਸ਼ੇਰ ਸਿੰਘ ਦੀ ਰਿਹਾਈ ਤੇ ਕੌਮੀ ਇਨਸਾਫ ਮੋਰਚੇ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ। ਮੋਰਚੇ ਨੇ ਕਿਹਾ ਕਿ ਜਿਹੜਾ 7 ਜਨਵਰੀ ਨੂੰ ਬੂਟਾ ਲਾਇਆ ਸੀ ਉਸ ਬੂਟੇ ਨੂੰ ਫਲ ਲੱਗ ਗਿਆ ਹੈ। ਕੌਮੀ ਇਨਸਾਫ ਮੋਰਚੇ ਦੇ ਲੀਡਰਾਂ ਨੇ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਦਰਮਿਆਨ ਇਹ ਖੁਸ਼ੀ ਜ਼ਾਹਿਰ ਕੀਤੀ। ਜਿਹੜੇ 27-28 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਰਿਹਾ ਹੋਏ, ਉਸ ਤੋਂ ਬਾਅਦ ਗੁਰਮੀਤ ਸਿੰਘ ਜੀ ਰਿਹਾ ਹੋਏ ਜੀ, ਕੱਲ ਭਾਈ ਸ਼ਮਸ਼ੇਰ ਸਿੰਘ ਜੀ ਹੋਣੀ 28 ਸਾਲਾਂ ਬਾਅਦ ਜੇਲ੍ਹ ਵਿੱਚੋਂ ਰਿਹਾ ਹੋਏ ਨੇ। ਇਹ ਉਸ ਬੂਟੇ ਨੂੰ ਫਲ ਲੱਗਾ ਜਿਹੜਾ ਬੂਟਾ 7 ਜਨਵਰੀ ਨੂੰ ਇਸ ਕੌਮੀ ਇਨਸਾਫ ਮੋਰਚੇ ਵੱਲੋਂ ਲਾਇਆ ਗਿਆ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ। ਇੱਕ ਤਾਂ ਉਹਦੇ ਵਾਸਤੇ ਸਮੁੱਚੀ ਦੇਸ਼ ਵਿਦੇਸ਼ ਵਿੱਚ ਬੈਠੀ ਨਾਨਕ ਨਾਮ ਲੇਵਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਵਧਾਈ। ਇਸ ਦੇ ਨਾਲ ਹੀ ਮੋਰਚੇ ਨੇ ਇੱਕ ਵੱਡਾ ਐਲਾਨ ਵੀ ਕੀਤਾ ਕਿ ਆਉਂਦੀ 27 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸਾਈ ਚੇਤਨਾ ਮਾਰਚ ਕੱਢਿਆ ਜਾਵੇਗਾ। ਤੜਕੇ 8 ਵਜੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਵੇਗਾ। ਰੋਪੜ ਰਾਹੀਂ ਹੁੰਦਾ ਹੋਇਆ ਦੁਪਹਿਰੇ 2 ਵਜੇ ਦੇ ਕਰੀਬ ਮੋਹਾਲੀ ਜਿੱਥੇ ਹੱਦ ਦੇ ਉੱਤੇ ਚੰਡੀਗੜ੍ਹ ਮੋਹਾਲੀ ਹੱਦ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਉੱਥੇ ਪਹੁੰਚ ਕੇ ਸਮਾਪਤ ਹੋਵੇਗਾ। ਇਸ ਮਾਰਚ ਦੇ ਰਾਹੀਂ ਸੰਗਤਾਂ ਨੂੰ ਬੰਦੀ ਸਿੰਘਾਂ ਬਾਰੇ ਜਾਣਕਾਰੀ ਦਿੱਤੀ ਜਾਊਗੀ। ਕੌਮੀ ਇਨਸਾਫ ਮੋਰਚਾ ਲਾਉਣ ਦਾ ਮਕਸਦ ਦੱਸਿਆ ਜਾਵੇਗਾ, ਬੇਅਦਬੀ ਦਾ ਮੁੱਦਾ ਚੁੱਕਿਆ ਜਾਵੇਗਾ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੁੱਦੇ ਨੇ ਸਿੱਖਾਂ ਦੇ ਨਾਲ ਜੁੜੇ ਹੋਏ, ਸਿੱਖ ਕੌਮ ਦੇ ਨਾਲ ਜੁੜੇ ਹੋਏ, ਉਸ ਬਾਰੇ ਸੰਗਤ ਨੂੰ ਜਾਗਰੂਕ ਕਰਾਇਆ ਜਾਵੇਗਾ। ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਰਾਹ ਖੋਲਣ ਦੇ ਨਾਲ ਸਾਨੂੰ ਬਹੁਤ ਫਾਇਦਾ ਹੋਇਆ। ਜਿਹੜੇ ਲੋਕਾਂ ਨੂੰ ਮੋਰਚੇ ਬਾਰੇ ਨਹੀਂ ਪਤਾ ਸੀ ਉਹਨਾਂ ਤੱਕ ਵੀ ਹੁਣ ਸਾਰੀ ਜਾਣਕਾਰੀ ਪਹੁੰਚ ਗਈ ਹੈ ਕਿਉਂਕਿ ਉੱਥੇ ਸਾਰੇ ਆਉਣ ਜਾਣ ਲੱਗ ਪਏ ਨੇ। 27 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੋਂ ਇੱਕ ਖਾਲਸਾਈ ਮਾਰਚ ਰੱਖਿਆ ਗਿਆ। ਉਹਦੀ ਜਿਹੜਾ ਟਾਈਮ ਆ 8 ਵਜੇ ਦਾ, ਸ਼ਾਇਦ ਅੱਜ ਪੋਸਟਰ ਵੀ ਛਪ ਗਿਆ ਤੇ ਉਹ ਰਿਲੀਜ਼ ਕਰੀਏ। 8 ਵਜੇ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਮਾਰਚ ਕੱਢਿਆ ਜਾਣਾ ਖਾਲਸਾਈ ਮਾਰਚ, ਜਿਹਦਾ ਨਾਂ ਰੱਖਿਆ ਖਾਲਸਾਈ ਚੇਤਨਾ ਮਾਰਚ। ਅਸੀਂ ਚੇਤਨਤਾ ਲਿਆਉਣੀ ਚਾਹੁੰਦੇ ਹਾਂ ਕਿ ਕੌਮੀ ਇਨਸਾਫ ਮੋਰਚਾ ਇਹ ਲੱਗਾ ਕਿਉਂ ਹੈ, ਇਹ ਕਿਉਂ ਸਾਡੇ ਇੰਨੇ ਸਾਲਾਂ ਤੋਂ ਬੰਦੀ ਸਿੰਘ ਰਿਹਾ ਨਹੀਂ ਹੋ ਰਹੇ, ਕਿਉਂ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇੰਨੀ ਵਾਰੀ ਬੇਅਦਬੀ ਹੋ ਚੁੱਕੀ ਆ, ਉਹਦੇ ਲਈ ਸਖਤ ਕਾਨੂੰਨ ਕਿਉਂ ਨਹੀਂ ਬਣਿਆ ਹੁਣ ਤੱਕ। ਤੀਸਰੀ ਜਿਹੜੀ ਖਾਸ ਸਾਡੀ ਮੰਗ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ 2 ਸਿੰਘ ਸ਼ਹੀਦ ਹੋਏ, ਉਹਨਾਂ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ। ਉਹਨਾਂ ਨੂੰ ਸ਼ਹੀਦ ਕਰਨ ਵਾਲੇ, ਸ਼ਹੀਦ ਕਰਾਉਣ ਵਾਲੇ
ਤੇ ਉਹਨਾਂ ਜਿਹੜੇ ਦੋਸ਼ੀ ਸਨ ਜਿਨ੍ਹਾਂ ਨੇ ਉਹ ਗੋਲੀकांड ਕੀਤਾ ਉਹਨਾਂ ਨੂੰ ਬਚਾਉਣ ਵਾਲੇ ਅਜੇ ਵੀ ਬਾਹਰ ਨੇ। ਅਜੇ ਉਹਨਾਂ ਨੂੰ ਜਿੰਨਾ ਚਿਰ ਸਲਾਖਾਂ ਪਿੱਛੇ ਉਹ ਜਾਂਦੇ ਨਹੀਂ ਉਹਨਾਂ ਚਿਰ ਮੋਰਚਾ ਲੱਗਾ ਰਹੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਹੜ੍ਹਾਂ ਦੇ ਮੁਆਵਜ਼ੇ ਲਈ ਕਿਸਾਨਾਂ ਨੇ ਧਰਨੇ ਦਿੱਤੇ। ਧਰਨਿਆਂ ਵਿੱਚ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਸਨ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਖਰੇ ਤੌਰ ਤੇ ਧਰਨੇ ਦਿੱਤੇ ਗਏ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਜ਼ੀਰਾਂ ਸਮੇਤ ਬੀਜੇਪੀ ਦੇ ਵੱਡੇ ਲੀਡਰਾਂ ਦੇ ਘਰਾਂ ਮੂਹਰੇ ਲਗਾਤਾਰ 3 ਦਿਨ ਇਸੇ ਮੁਆਵਜ਼ੇ ਨੂੰ ਲੈ ਕੇ ਧਰਨੇ ਦਿੱਤੇ ਜਾ ਚੁੱਕੇ ਨੇ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਅਤੇ ਬੀਬੀ ਸੁਲੱਖਣੀ ਜੀ ਦੇ 536ਵੇਂ ਵਿਆਹ ਪੁਰਬ ਨੂੰ ਸਮਰਪਿਤ ਸਮਾਗਮ ਬਟਾਲਾ ਵਿਖੇ ਭਾਰੀ ਉਤਸ਼ਾਹ ਦੇ ਨਾਲ ਮਨਾਏ ਗਏ। ਸ਼ੁੱਕਰਵਾਰ ਸਵੇਰੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਦੇ ਸਾਰੇ ਗੁਰੂ ਘਰਾਂ ਦੇ ਵਿੱਚ 2 ਦਿਨ ਪਹਿਲਾਂ ਆਰੰਭ ਕੀਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਗੁਰਦੁਆਰਾ ਡੇਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁਸ਼ੋਭਿਤ ਕਰਕੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੇ ਵਿੱਚ ਸਥਾਨਕ ਸੰਗਤ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ 1 ਦਿਨ ਪਹਿਲਾਂ ਵਿਆਹ ਦੀ ਬਰਾਤ ਦੇ ਰੂਪ 'ਚ ਪਹੁੰਚੀ ਸੰਗਤ ਨੇ ਵੀ ਸ਼ਮੂਲੀਅਤ ਕੀਤੀ ਤੇ ਹੋਰ ਸੂਬਿਆਂ ਤੋਂ ਵੀ ਸੰਗਤ ਪਹੁੰਚੀ ਹੋਈ ਸੀ। ਇਸ ਸਾਲਾਨਾ ਜੋੜ ਮੇਲੇ ਮੌਕੇ ਬਟਾਲਾ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਨੂੰ ਸਜਾਇਆ ਗਿਆ। ਗੁਰਬਾਣੀ ਦੇ ਪ੍ਰਵਾਹ ਚੱਲੇ ਬਟਾਲਾ ਸਵਾਗਤੀ ਗੇਟਾਂ ਦੇ ਨਾਲ ਭਰਿਆ ਪਿਆ ਸੀ। ਪੁਲਿਸ ਪ੍ਰਸ਼ਾਸਨ ਵੀ ਲੋਕਾਂ ਦੀ ਸੁਰੱਖਿਆ ਦੇ ਲਈ ਪੂਰਾ ਮੁਸਤੈਦ ਰਿਹਾ। ਹਰ ਪਾਸੇ ਪੁਲਿਸ ਮੁਲਾਜ਼ਮ ਦਿਖਾਈ ਦਿੱਤੇ। ਸਿਵਲ ਡਰੈਸ ਦੇ ਵਿੱਚ ਵੀ ਪੁਲਿਸ ਮੁਲਾਜ਼ਮ ਸਾਰੀ ਸਥਿਤੀ ਦੀ ਨਜ਼ਰ ਰੱਖ ਰਹੇ ਸਨ। ਇਸ ਦਰਮਿਆਨ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਮੁੜ ਤੋਂ ਵਿਵਾਦ ਵੀ ਦਿਖਿਆ ਹੈ, ਕਿਉਂਕਿ ਭਾਰਤ ਦੇ ਵਿੱਚ ਜਿੱਥੇ ਅੱਜ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਮਨਾਇਆ ਗਿਆ, ਉੱਥੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਅੱਜ ਦੇ ਹੀ ਦਿਨ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਗਮ ਮਨਾਇਆ ਗਿਆ ਤੇ ਬਹੁਤ ਹੀ ਹੈਰਾਨੀਜਨਕ ਹੈ, ਕਿਉਂਕਿ ਇੱਕੋ ਦਿਨ ਗੁਰੂ ਸਾਹਿਬ ਦਾ ਵਿਆਹ ਪੁਰਬ ਤੇ ਉਸੇ ਦਿਨ ਹੀ ਜੋਤੀ ਜੋਤ ਸਮਾਗਮ ਮਨਾਏ ਜਾਣਾ ਕਿਸੇ ਵੀ ਤਰੀਕੇ ਦੇ ਨਾਲ ਇਤਿਹਾਸ ਦੀਆਂ ਤਰੀਕਾਂ ਨਾਲ ਇਨਸਾਫ ਨਹੀਂ ਕਰਦਾ। ਬੁੱਧੀਜੀਵੀਆਂ ਨੇ ਵੀ ਇਸ ਤੇ ਦੁੱਖ ਜਤਾਇਆ ਹੈ। ਸਿੱਖ ਬੁੱਧੀਜੀਵੀ ਚਰਨਜੀਤ ਸਿੰਘ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਿਰਾਸ਼ਾ ਵਾਲੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਦੇ ਦਿਹਾੜੇ ਹੀ ਤੈਅ ਨਹੀਂ ਕਰ ਸਕੇ। ਸਿੱਖ ਭਾਈਚਾਰੇ ਵਿੱਚ ਵਿਵਾਦ ਹੈ, ਇਹਦਾ ਚੰਗਾ ਨਤੀਜਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਪਾਲ ਸਿੰਘ ਪੁਰੇਵਾਲ ਦੇ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ 2003 ਦੇ ਵਿੱਚ ਮਨਜ਼ੂਰੀ ਮਿਲੀ ਸੀ, ਪਰ ਦਮਦਮੀ ਟਕਸਾਲ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਨੇ ਇਸ ਨੂੰ ਮਨਜ਼ੂਰ ਹੀ ਨਹੀਂ ਕੀਤਾ, ਜਿਸ ਤੋਂ ਬਾਅਦ ਇਹਦੇ ਵਿੱਚ ਸੋਧ ਕਰ ਦਿੱਤੀ ਗਈ। ਪਰ ਸੋਧੇ ਹੋਏ ਕੈਲੰਡਰ ਨੂੰ ਪਾਕਿਸਤਾਨ ਦੀ ਕਮੇਟੀ ਨੇ ਮਨਜ਼ੂਰੀ ਨਹੀਂ ਦਿੱਤੀ। ਹੋਰ ਵੀ ਬਹੁਤ ਥਾਵਾਂ ਤੇ ਲੋਕ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੀ ਬਜਾਏ ਮੂਲ ਨਾਨਕਸ਼ਾਹੀ ਨੂੰ ਮੰਨਦੇ ਨੇ। ਉਹਨਾਂ ਦਾ ਕਹਿਣਾ ਸੀ ਕਿ ਸੋਧਿਆ ਹੋਇਆ ਕੈਲੰਡਰ ਬ੍ਰਾਹਮਣਵਾਦ ਵੱਲ ਸਿੱਖਾਂ ਨੂੰ ਧੱਕਦਾ ਹੈ, ਜਿਸ ਨੂੰ ਮਨਜ਼ੂਰ ਨਹੀਂ ਕਰਦੇ। ਚਰਨਜੀਤ ਸਿੰਘ ਨੇ ਵੀ ਪੁੱਛਿਆ ਕਿ ਕੀ ਸਿੱਖ ਗੁਰੂਆਂ ਦੇ ਦਿਹਾੜੇ ਹੁਣ ਪੰਡਤ ਤੈਅ ਕਰਨਗੇ। ਸਿੱਖ ਬੁੱਧੀਜੀਵੀਆਂ ਦਾ ਸੁਝਾਅ ਹੈ ਕਿ ਐਸਜੀਪੀਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਦੂਰ ਕਰਨਾ ਚਾਹੀਦਾ ਹੈ। ਪੰਜਾਬ ਪੁਲਿਸ ਨੇ ਉਹਨਾਂ ਐਨਆਰਆਈ ਲਾੜਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਜਿਹੜੇ ਕਈ ਸਾਲਾਂ ਤੋਂ ਇੱਥੇ ਵਿਆਹ ਕਰਵਾ ਕੇ ਪੰਜਾਬ ਦੀਆਂ ਕੁੜੀਆਂ ਨਾਲ ਵਿਦੇਸ਼ ਵਿੱਚ ਚਲੇ ਗਏ ਪਰ ਮੁੜ ਕੇ ਵਾਪਸ ਨਹੀਂ ਆਏ। ਪੰਜਾਬ ਪੁਲਿਸ ਨੇ 331 ਅਜਿਹੇ ਪੰਜਾਬੀ ਲਾੜਿਆਂ ਨੂੰ ਭਗੌੜਾ ਐਲਾਨ ਦਿੱਤਾ ਹੈ। ਇਹ ਪ੍ਰਵਾਸੀ ਪੰਜਾਬੀਆਂ ਦੇ ਖਿਲਾਫ ਐਨਆਰਆਈ ਥਾਣਿਆਂ ਵਿੱਚ ਧੋਖਾਧੜੀ ਜਾਂ ਵਿਆਹ ਸੰਬੰਧੀ ਝਗੜਿਆਂ ਬਾਰੇ ਇਹਨਾਂ ਦੇ ਖਿਲਾਫ ਪਰਚੇ ਦਰਜ ਨੇ। 331 ਪੰਜਾਬੀ ਪ੍ਰਵਾਸੀਆਂ ਵਿੱਚੋਂ 255 ਅਜਿਹੇ ਨੇ ਜੋ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਨੇ। ਐਨਆਰਆਈ ਥਾਣਿਆਂ ਵਿੱਚ ਦਰਜ ਕੇਸਾਂ ਵਿੱਚੋਂ ਸਭ ਤੋਂ ਵੱਧ 51 ਪੰਜਾਬੀ ਅਮਰੀਕਾ 'ਚ ਬੈਠੇ ਨੇ, ਯੂਕੇ 'ਚ 46, ਕੈਨੇਡਾ 'ਚ 34, ਆਸਟ੍ਰੇਲੀਆ 'ਚ 23, ਜਰਮਨੀ 'ਚ 7 ਤੇ ਨਿਊਜ਼ੀਲੈਂਡ ਦੇ ਵਿੱਚ 6 ਭਗੌੜੇ ਲਾੜੇ ਬੈਠੇ ਨੇ। ਇਹ ਕੇਵਲ ਉਹ ਕੇਸ ਨੇ ਜੋ ਐਨਆਰਆਈ ਥਾਣਿਆਂ ਦੇ ਵਿੱਚ ਦਰਜ ਨੇ। ਹਾਲਾਂਕਿ ਇਹਨਾਂ ਭਗੌੜਿਆਂ ਦੇ ਵਿੱਚ 65 ਐਨਆਰਆਈ ਔਰਤਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਪਣਿਆਂ ਨਾਲ ਧੋਖਾ ਕੀਤਾ। ਇਸ ਵਕਤ 147 ਭਗੌੜੇ ਵਿਦੇਸ਼ਾਂ ਵਿੱਚ ਨੇ ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਦੇ ਨਾਲ ਧੋਖਾ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦੇ ਲਈ ਸਰਟੀਫਿਕੇਟ ਲੈਣ ਵਾਸਤੇ 200 ਰੁਪਏ ਫੀਸ ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਦੇ ਲਈ ਪ੍ਰਤੀ ਵਿਦਿਆਰਥੀ 200 ਰੁਪਏ ਫੀਸ ਵਸੂਲੀ ਜਾ ਰਹੀ ਹੈ। ਦੇਰੀ ਨਾਲ ਰਜਿਸਟ੍ਰੇਸ਼ਨ ਕਰਵਾਉਣ ਤੇ 1500 ਦਾ ਜੁਰਮਾਨਾ ਵੀ ਲੱਗੂਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਯਾਨੀ ਕਿ ਸਾਰੀਆਂ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਤੋਂ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ ਜਾਰੀ ਕਰਨ ਦੇ ਲਈ 200 ਰੁਪਏ ਲੈਣ ਦਾ ਐਲਾਨ ਕੀਤਾ ਹੈ। ਜਦਕਿ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਤਹਿਤ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਤਾਂ ਕਿਸੇ ਵੀ ਕਿਸਮ ਦੀ ਫੀਸ ਨਹੀਂ ਲਈ ਜਾ ਸਕਦੀ, ਪਰ ਸਰਕਾਰ ਨੇ ਹੁਣ ਰਜਿਸਟ੍ਰੇਸ਼ਨ ਦੇ ਲਈ 200 ਅਤੇ ਸਰਟੀਫਿਕੇਟ ਲੈਣ ਦੇ ਲਈ ਵੀ 200 ਰੁਪਏ ਦੀ ਫੀਸ ਤੈਅ ਕਰ ਦਿੱਤੀ ਹੈ। ਦੂਸਰੇ ਪਾਸੇ ਡੀਟੀਐਫ ਯਾਨੀ ਕਿ ਡੈਮੋਕ੍ਰੈਟਿਕ ਟੀਚਰਸ ਫਰੰਟ ਨੇ ਕਿਹਾ ਕਿ ਬੋਰਡ ਮਨਮਾਨੇ ਢੰਗ ਦੇ ਨਾਲ ਫੀਸਾਂ
ਫੀਸਾਂ ਨਹੀਂ ਲੈ ਸਕਦਾ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। 5ਵੀਂ ਤੇ 8ਵੀਂ ਜਮਾਤ ਦੇ ਲੱਖਾਂ ਵਿਦਿਆਰਥੀ ਨੇ ਜਿਨ੍ਹਾਂ ਦੇ ਮਾਪਿਆਂ ਤੋਂ ਫੀਸਾਂ ਦੇ ਨਾਂ ਤੇ ਕਰੋੜਾਂ ਰੁਪਏ ਵਸੂਲੇ ਜਾਂਦੇ ਨੇ। ਜਲੰਧਰ ਦੇ ਆਦਮਪੁਰ ਦੇ ਪਿੰਡ ਪਧਿਆਣਾ ਦੇ ਨੌਜਵਾਨ ਦਮਨਜੋਤ ਸਿੰਘ ਨਾਲ ਜੁੜੀ ਇੱਕ ਮਾੜੀ ਖਬਰ ਆ ਰਹੀ ਹੈ, ਕਿਉਂਕਿ ਅਮਰੀਕਾ ਦੇ ਵਿੱਚ ਗਏ ਇਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਜਾਨ ਚਲੀ ਗਈ ਹੈ। ਪਿੰਡ ਪਧਿਆਣਾ ਦੇ ਨੰਬਰਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਦਮਨਜੋਤ ਸਿੰਘ ਕਰੀਬ 6 ਮਹੀਨੇ ਪਹਿਲਾਂ ਹੀ 40 ਲੱਖ ਰੁਪਏ ਦੇ ਕਰੀਬ ਕਰਜ਼ਾ ਚੁੱਕ ਕੇ ਅਮਰੀਕਾ ਗਿਆ ਸੀ। 20 ਸਤੰਬਰ ਨੂੰ ਜਿਹੜਾ ਫੋਨ ਆਇਆ ਉਸਨੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕਾ ਦਿੱਤੀ। ਦਮਨਜੋਤ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਚਮਕੌਰ ਸਾਹਿਬ ਤੋਂ ਖਬਰ ਹੈ, ਜਿੱਥੇ ਪਿੰਡ ਧੌਲਰਾ ਦੇ ਪੁਲ ਨੇੜੇ ਲੰਘੀ ਰਾਤ ਦੋ ਧੜਿਆਂ ਵਿਚਾਲੇ ਲੜਾਈ ਦੌਰਾਨ ਇੱਕ ਨੌਜਵਾਨ ਖਤਮ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 22 ਸਾਲ ਦੀ ਧੀਰਜ ਚੌਧਰੀ ਵਜੋਂ ਹੋਈ ਹੈ, ਜਿਹੜਾ ਬੱਸੀ ਗੁਜਰਾ ਪਿੰਡ ਦਾ ਰਹਿਣ ਵਾਲਾ ਸੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ। ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕਰਨ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਬਿਧੂੜੀ ਨੂੰ ਨੋਟਿਸ ਦਾ ਜਵਾਬ ਦੇਣ ਦੇ ਲਈ ਬੜੀ ਹੈਰਾਨੀ ਦੀ ਗੱਲ ਹੈ ਕਿ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਨੋਟਿਸ ਦੇ ਵਿੱਚ ਬਿਧੂੜੀ ਤੋਂ ਪੁੱਛਿਆ ਗਿਆ ਕਿ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕਰਨ ਤੇ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੰਸਦ ਦੇ ਵਿੱਚ ਆਪਣੇ ਖਿਲਾਫ ਕੀਤੀ ਗਈ ਟਿੱਪਣੀ ਦੇ ਵਿੱਚ ਬਿਧੂੜੀ ਖਿਲਾਫ ਚਿੱਠੀ ਲਿਖ ਕੇ ਮੰਗ ਕੀਤੀ ਕਿ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਜਾਵੇ। ਉਹਨਾਂ ਕਿਹਾ ਕਿ ਉਹ ਬਿਧੂੜੀ ਦੇ ਖਿਲਾਫ 222, 226 ਤੇ 227 ਨਿਯਮਾਂ ਤਹਿਤ ਨੋਟਿਸ ਦੇਣਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ANI ਦੇ ਨਾਲ ਗੱਲਬਾਤ ਕਰਦੇ ਹੋਏ MP ਦਾਨਿਸ਼ ਅਲੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਮੇਰੇ ਵਰਗੇ ਚੁਣੇ ਹੋਏ ਵਿਅਕਤੀ ਦੀ ਹਾਲਤ ਅੱਜ ਦੇਸ਼ ਦੇ ਵਿੱਚ ਇਹ ਹੈ ਤਾਂ ਇੱਕ ਆਮ ਬੰਦੇ ਦੀ ਹਾਲਤ ਕਿਹੋ ਜਿਹੀ ਹੋਏਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕਹਿੰਦੇ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਨਿਆਂ ਹੋਵੇਗਾ। ਸਪੀਕਰ ਸਾਹਿਬ ਕਾਰਵਾਈ ਕਰਨਗੇ, ਨਹੀਂ ਤਾਂ ਮੈਂ ਭਰੇ ਮਨ ਦੇ ਨਾਲ ਇਸ ਸਦਨ ਨੂੰ ਛੱਡਣ ਤੇ ਵੀ ਵਿਚਾਰ ਕਰ ਰਿਹਾ। ਬਹੁਤ ਹੀ ਭਰੇ ਮਨ ਦੇ ਨਾਲ ਇੱਕ ਹੋਰ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ MP ਦਾਨਿਸ਼ ਨੇ ਇਹ ਵੀ ਕਿਹਾ ਸੀ ਕਿ ਬਹੁਤ ਹੀ ਜ਼ਿਆਦਾ ਬੁਰੇ ਸ਼ਬਦ ਬੋਲੇ ਗਏ ਜਿਨ੍ਹਾਂ ਨੇ ਮੇਰਾ ਹਿਰਦਾ ਵਲੂੰਦਰ ਕੇ ਰੱਖ ਦਿੱਤਾ। ਪੂਰੀ ਰਾਤ ਮੇਰੇ ਕੰਨਾਂ ਦੇ ਵਿੱਚ ਇਹ ਸ਼ਬਦ ਗੂੰਜਦੇ ਰਹੇ ਤੇ ਇਹ ਸਹਿਣਾ ਬਹੁਤ ਔਖਾ ਹੁੰਦਾ ਹੈ। ਉਧਰ AIMIM ਦੇ ਲੀਡਰ ਅਸਾਉਦੀਨ ਓਵੈਸੀ ਨੇ ਕਿਹਾ ਹੈ ਕਿ ਮੇਰਾ ਤਾਂ ਸੁਝਾਅ ਹੈ ਕਿ ਨਰਿੰਦਰ ਮੋਦੀ ਇਸ ਵੀਡੀਓ ਨੂੰ ਛੇਤੀ ਅਰਬੀ ਦੇ ਵਿੱਚ ਡੱਬ ਕਰਨ ਅਤੇ ਆਪਣੇ ਹਬੀਬੀਆਂ ਨੂੰ ਭੇਜਣ। TMC ਸਾਂਸਦ ਮਹੁਆ ਮਿੱਤਰਾ ਨੇ ਰਮੇਸ਼ ਬਿਧੂੜੀ ਦਾ ਇਹ ਵੀਡੀਓ ਸਾਂਝਾ ਕੀਤਾ ਸੀ। ਲਿਖਿਆ ਕਿ ਇਸ ਵੀਡੀਓ ਦੇ ਵਿੱਚ ਸੰਸਦ ਮੈਂਬਰ ਦੇ ਲਈ ਬਿਧੂੜੀ ਕੱਟੜਪੰਥੀ, ਅੱਤਵਾਦੀ ਸਮੇਤ ਕਈ ਹੋਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਰਹੇ ਨੇ। ਸਪੀਕਰ ਓਮ ਬਿਰਲਾ ਮਾਣ ਦੇ ਰਖਵਾਲਿਓਂ ਵਿਸ਼ਵ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ BJP ਪ੍ਰਧਾਨ ਮੰਤਰੀ JP ਨੱਡਾ ਜੀ ਕਿਰਪਾ ਕਰਕੇ ਕਾਰਵਾਈ ਕਰੋ। ਵੀਡੀਓ ਦੇ ਵਿੱਚ ਰਮੇਸ਼ ਬਿਧੂੜੀ ਨੇ ਜੋ ਕੁਝ ਬੋਲਿਆ ਅਸੀਂ ਤੁਹਾਨੂੰ ਇੱਥੇ ਨਹੀਂ ਸੁਣਾ ਸਕਦੇ ਕਿਉਂਕਿ ਇੰਨੇ ਕਿ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਇੱਕ MP ਦੇ ਲਈ ਇਸ ਕਰਕੇ ਕੀਤੀ ਗਈ ਕਿਉਂਕਿ ਉਹ ਮੁਸਲਿਮ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਤੇ ਬਹੁਤ ਹੀ ਸ਼ਰਮਨਾਕ ਜਿਹੜੇ ਸ਼ਬਦ ਨੇ ਉਹਨਾਂ ਦੀ ਵਰਤੋਂ ਕੀਤੀ ਗਈ। ਉਸ ਤੋਂ ਬਾਅਦ ਵੀ BJP ਦੀ ਕਾਰਵਾਈ ਹੈ ਜਿਹੜੀ ਉਹ ਕੋਈ ਬਹੁਤੀ ਸਖਤੀ ਵਾਲੀ ਨਹੀਂ ਦਿਖਦੀ। ਸਪੀਕਰ ਓਮ ਬਿਰਲਾ ਕੀ ਕਾਰਵਾਈ ਕਰਨਗੇ ਇਸ ਦੀ ਵੀ ਉਡੀਕ ਰਹੂਗੀ ਕਿਉਂਕਿ BJP ਨੇ ਤਾਂ 15 ਦਿਨ ਦਾ ਸਮਾਂ ਦੇ ਦਿੱਤਾ ਹੈ ਕਿ 15 ਦਿਨ ਲੈ ਲਓ ਤੇ ਜਵਾਬ ਦਿਓ ਕੀ ਦਿਓਗੇ। ਸੰਸਦ ਦੇ ਵੱਲੋਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਵਿੱਚ ਔਰਤਾਂ ਦੇ ਲਈ 33% ਰਾਖਵਾਂਕਰਨ ਯਕੀਨੀ ਬਣਾਉਣ ਵਾਲੇ 128ਵੇਂ ਸੰਵਿਧਾਨਿਕ ਸੋਧ ਬਿੱਲ ਨੂੰ ਪਾਸ ਕਰਨ ਦੇ ਅਗਲੇ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿੱਲ ਕੋਈ ਆਮ ਕਾਨੂੰਨ ਨਹੀਂ ਹੈ, ਸਗੋਂ ਨਵੇਂ ਭਾਰਤ ਦੀ ਲੋਕਤੰਤਰੀ ਪ੍ਰਤੀਬੱਧਤਾ ਦਾ ਐਲਾਨ ਹੈ। ਦੂਸਰੇ ਪਾਸੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਪੁੱਛ ਰਹੇ ਨੇ ਕਿ ਇਹ ਕਾਨੂੰਨ ਕਦੋਂ ਬਣੇਗਾ, ਇਹਦੀ ਤਰੀਕ ਸਾਨੂੰ ਜ਼ਰੂਰ ਦੱਸ ਦਿਓ। ਕਾਨੂੰਨ ਜਿਹੜਾ ਲਾਗੂ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਰੋਧੀ ਧਿਰ ਜਿਹੜੀ ਉਹ ਲਗਾਤਾਰ ਇਹ ਇਲਜ਼ਾਮ ਲਾ ਰਹੀ ਹੈ ਕਿ BJP ਨੇ ਹੁਣ ਚੋਣਾਂ ਦੇ ਵਿੱਚ ਲਾਹਾ ਲੈਣ ਖਾਤਰ ਬਿੱਲ ਲਿਆਂਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਦੋਸ਼ ਲਾਇਆ ਕਿ ਜਾਤੀ ਆਧਾਰਿਤ ਜਨਗਣਨਾ ਤੋਂ ਧਿਆਨ ਹਟਾਉਣ ਦੇ ਲਈ ਮਹਿਲਾ ਰਾਖਵਾਂਕਰਨ ਬਿੱਲ ਨੂੰ ਮੌਜੂਦਾ ਰੂਪ 'ਚ ਪਾਸ ਕੀਤਾ ਗਿਆ ਜਿਸ ਨੂੰ ਤੁਰੰਤ ਲਾਗੂ ਹੀ ਨਹੀਂ ਕੀਤਾ ਜਾ ਸਕਦਾ। ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਨਾ ਚਾਹੀਦਾ ਹੈ। ਇਹ ਵੀ ਅਪੀਲ ਕੀਤੀ ਕਿ ਸਰਕਾਰ ਜਾਤੀ ਆਧਾਰਿਤ ਜਨਗਣਨਾ ਕਰੇ। ਪਿਛਲੀ UPA ਸਰਕਾਰ ਦੌਰਾਨ ਕਰਵਾਈ ਜਾਤੀ ਜਨਗਣਨਾ ਦੇ ਅੰਕੜੇ ਵੀ ਜਾਰੀ ਕਰੇ। BJP ਪ੍ਰਧਾਨ JP ਨੱਡਾ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਕਿ ਜਨਤਾ ਦਲ S ਯਾਨੀ ਕਿ ਜਨਤਾ ਦਲ ਸੈਕੂਲਰ ਨੇ ਕੌਮੀ ਜਮਹੂਰੀ ਗੱਠਜੋੜ NDA ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। BJP ਪ੍ਰਧਾਨ ਨੇ ਇਹ ਐਲਾਨ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ HD ਕੁਮਾਰ ਸਵਾਮੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨੱਡਾ ਦੇ ਨਾਲ ਮੁਲਾਕਾਤ ਤੋਂ ਬਾਅਦ ਕੀਤਾ।
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਵੱਲੋਂ ਵਰਤੀਆਂ ਜਾ ਰਹੀਆਂ ਇਲੈਕਟ੍ਰੋਨਿਕ VOTING ਮਸ਼ੀਨਾਂ ਦੇ ਸੌਫਟਵੇਅਰ ਦੇ ਆਡਿਟ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਣੀਪੁਰ ਦੇ ਹਾਲਾਤ ਤੁਹਾਨੂੰ ਦੱਸ ਦਈਏ ਤਾਂ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਤਣਾਅਪੂਰਨ ਤਾਂ ਬਣੀ ਹੋਈ ਹੈ, ਪਰ ਕਾਬੂ ਦੇ ਵਿੱਚ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਕਰਫਿਊ ਲਾ ਦਿੱਤਾ ਗਿਆ ਸੀ। ਵੀਰਵਾਰ ਯਾਨੀ ਕਿ ਕੱਲ ਪ੍ਰਦਰਸ਼ਨਕਾਰੀਆਂ ਨੇ ਥਾਣਿਆਂ ਤੇ ਧਾਵਾ ਬੋਲਿਆ ਤੇ ਉਹਨਾਂ 5 ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ, ਜਿਨ੍ਹਾਂ ਨੂੰ ਆਧੁਨਿਕ ਹਥਿਆਰ ਰੱਖਣ ਅਤੇ ਫੌਜੀ ਵਰਦੀ ਪਹਿਨਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇੰਫਾਲ ਪੂਰਬੀ ਤੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਈਜ਼ ਉਮਰ ਫਾਰੂਕ ਦੀ 4 ਸਾਲਾਂ ਬਾਅਦ ਨਜ਼ਰਬੰਦੀ ਅੱਜ ਖਤਮ ਕਰ ਦਿੱਤੀ ਗਈ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਫਾਰੂਕ ਨੂੰ ਅਗਸਤ 2019 ਦੇ ਵਿੱਚ ਸੰਵਿਧਾਨ ਦੀ ਧਾਰਾ 370 ਰੱਦ ਕਰਨ ਦੇ ਮੱਦੇਨਜ਼ਰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਤੇ ਇੰਨੇ ਸਾਲਾਂ ਬਾਅਦ ਉਹਨਾਂ ਨੂੰ ਅੱਜ ਨਜ਼ਰਬੰਦੀ ਤੋਂ ਰਿਹਾ ਕੀਤਾ ਗਿਆ। ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਪਹਿਲੀ ਖਬਰ ਰੂਸ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਰੂਸ ਦੀ ਸਰਕਾਰ ਨੇ ਵਧੀਆਂ ਘਰੇਲੂ ਦਰਾਂ ਨੂੰ ਸਥਿਰ ਕਰਨ ਦੇ ਲਈ ਗੈਸੋਲੀਨ ਤੇ ਡੀਜ਼ਲ ਦੇ ਨਿਰਯਾਤ ਤੇ ਪਾਬੰਦੀ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਪਾਬੰਦੀਆਂ ਅਸਥਾਈ ਹੋਣਗੀਆਂ। ਹਾਲਾਂਕਿ ਸਰਕਾਰ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਪਾਬੰਦੀਆਂ ਖਤਮ ਕਦੋਂ ਹੋਣਗੀਆਂ। ਰੂਸ ਦੇ ਇਸ ਫੈਸਲੇ ਕਾਰਨ ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ ਤੇ ਜੇ ਤੇਲ ਦੀਆਂ ਕੀਮਤਾਂ ਵਧ ਗਈਆਂ, ਸਭ ਤੋਂ ਪਹਿਲਾਂ ਭਾਰਤ ਉਹ ਮੁਲਕ ਹੈ ਜਿਹੜਾ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਾਉਂਦਾ ਹੈ। ਗੂਗਲ ਮੈਪ ਦੇ ਵਿੱਚ ਗਲਤ ਦਿਸ਼ਾ ਦਿਖਾਉਣ ਕਰਕੇ ਇੱਕ ਬੰਦੇ ਦੀ ਪੁਲ ਤੋਂ ਡਿੱਗ ਕੇ ਮੌਤ ਹੋ ਗਈ ਤੇ ਹੁਣ ਉਸ ਦੀ ਪਤਨੀ ਨੇ ਗੂਗਲ ਨੂੰ ਅਦਾਲਤ ਵਿੱਚ ਘੜੀਸਿਆ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਦੋਸ਼ ਹੈ ਕਿ ਟੁੱਟੇ ਪੁਲ ਬਾਰੇ ਗੂਗਲ ਨੂੰ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਕੰਪਨੀ ਨੇ ਉਸ ਪੁਲ ਨੂੰ ਗੂਗਲ ਮੈਪ ਤੇ ਆਵਾਜਾਈ ਦੇ ਲਈ ਠੀਕ ਦੱਸਿਆ। ਗੂਗਲ ਮੈਪ ਦੇ ਵੱਲੋਂ ਦਿੱਤੀ ਗਈ ਗਲਤ ਜਾਣਕਾਰੀ ਕਰਕੇ ਹੀ ਉਸ ਦੇ ਪਤੀ ਨੇ ਪੁਲ ਤੇ ਕਾਰ ਭਜਾ ਦਿੱਤੀ ਤੇ ਪੁਲ ਟੁੱਟਣ ਕਾਰਨ ਉਹ ਹੇਠਾਂ ਡਿੱਗ ਪਿਆ। ਪਾਣੀ ਵਿੱਚ ਡੁੱਬ ਕੇ ਉਸ ਦੀ ਮੌਤ ਹੋ ਗਈ। ਉੱਤਰੀ ਕੈਰੋਲੀਨਾ ਦੇ ਰਹਿਣ ਵਾਲਾ ਫਿਲਿਪ ਪੈਕਸਨ ਪਿਛਲੇ ਸਾਲ ਸਤੰਬਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਅਮਰੀਕੀ ਜਲ ਸੈਨਾ ਤੋਂ ਰਿਟਾਇਰ ਹੋਇਆ ਪੈਕਸਨ ਮੈਡੀਕਲ ਉਪਕਰਣ ਵੇਚਦਾ ਸੀ। ਉਸ ਦੀ ਮੌਤ ਤੋਂ ਬਾਅਦ ਵੀ ਗੂਗਲ ਮੈਪਸ ਤੇ ਉਸ ਟੁੱਟੇ ਹੋਏ ਪੁਲ ਬਾਰੇ ਜਾਣਕਾਰੀ ਨੂੰ ਠੀਕ ਨਹੀਂ ਕੀਤਾ ਗਿਆ। ਇਸ ਤੋਂ ਨਿਰਾਸ਼ ਹੋ ਕੇ ਉਸ ਦੀ ਪਤਨੀ ਐਲਿਸਿਆ ਨੇ ਹੁਣ ਗੂਗਲ ਤੇ ਮੁਕੱਦਮਾ ਦਾਇਰ ਕਰਵਾਇਆ ਹੈ। ਐਲਿਸਿਆ ਦਾ ਦੋਸ਼ ਹੈ ਕਿ ਸਾਲ 2020 ਤੋਂ ਇਹ ਪੁਲ ਟੁੱਟਿਆ ਹੋਇਆ। ਗੂਗਲ ਮੈਪ ਤੇ ਕਈ ਯੂਜ਼ਰਸ ਨੇ ਵੀ ਗੂਗਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਫਿਰ ਵੀ ਗੂਗਲ ਮੈਪ ਇਸ ਪੁਲ ਵੱਲ ਲੋਕਾਂ ਨੂੰ ਭੇਜ ਰਿਹਾ ਹੈ। ਇਸ ਪੁਲ ਤੇ ਕੋਈ ਬੈਰੀਕੇਡਿੰਗ ਨਹੀਂ ਹੈ, ਇਸ ਕਰਕੇ ਤੇ ਹਰ ਵੇਲੇ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਹਨੇ ਕਿਹਾ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਉਸਨੇ ਗੂਗਲ ਨੂੰ ਇਸ ਖਤਰਨਾਕ ਪੁਲ ਬਾਰੇ ਦੱਸਿਆ, ਪਰ ਕੰਪਨੀ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਉਧਰ ਗੂਗਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੈਕਸਨ ਪਰਿਵਾਰ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ, ਪਰ ਸਾਡਾ ਉਦੇਸ਼ ਰੂਟਾਂ ਬਾਰੇ ਸਹੀ ਜਾਣਕਾਰੀ ਦੇਣਾ ਹੈ ਤੇ ਗੂਗਲ ਦਾ ਜਿਹੜਾ ਇਹ ਬਿਆਨ ਹੈ ਉਹ ਬਿਨਾਂ ਸਿਰ ਪੈਰ ਤੋਂ ਬਿਆਨ ਹੈ। ਇੱਕ ਪਾਸੇ ਕਹਿ ਰਹੇ ਨੇ ਪਰਿਵਾਰ ਨਾਲ ਹਮਦਰਦੀ ਹੈ, ਹਮਦਰਦੀ ਦੇ ਨਾਲ ਕੀ ਹੋ ਜਾਊਗਾ। ਦੂਸਰੇ ਪਾਸੇ ਕਹਿ ਰਹੇ ਨੇ ਕਿ ਸਾਡਾ ਉਦੇਸ਼ ਇਹੀ ਹੈ ਕਿ ਅਸੀਂ ਸਹੀ ਰੂਟਾਂ ਦੀ ਜਾਣਕਾਰੀ ਦਈਏ, ਪਰ ਔਰਤ ਹੈ ਜਿਹੜੀ ਪੀੜਤ ਤੋਂ ਇਲਜ਼ਾਮ ਲਾ ਰਹੀ ਹੈ ਕਿ ਰੂਟ ਗਲਤ ਦੱਸਿਆ ਗਿਆ ਤਾਂ ਉਸਦੇ ਪਤੀ ਦੀ ਮੌਤ ਹੋਈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।